ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਬੇਸਾ। ਇਹ ਜਪ ਕਰਤੇ ਪੁਰਖ ਕਾ, ਸਚ ਨਾਨਕ ਕੀਆ ਬਖਾਣ। ਜਗਤ ਉਦਾਰਨ ਕਾਰਨੇ, ਧੁਰੋਂ ਹੋਆ ਫੁਰਮਾਨ। ਇਹ ਜਪ ਕਰਤੇ ਪੁਰਖ ਕਾ, ਸਚ ਨਾਨਕ ਕੀਆ ਬਖਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੇ ਭੋਗ ਪੈ ਚੁੱਕੇ ਹਨ। ਕੱਲ ਕੁਝ ਜ਼ਰੂਰੀ ਇਤਿਹਾਸਕ ਪੱਖ ਸ੍ਰੀ ਜਪਜੀ ਸਾਹਿਬ ਦਾ ਮਹਾਤਮ, ਜੋ ਸਰੂਪਾਂ ਨੇ ਵੱਖੋ ਵੱਖਰੇ ਸਮੇਂ ਤੇ ਬਖਸ਼ਿਸ਼ ਕੀਤੀ, ਕਿਹਾ ਜੋ ਬਚਨ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਭਾਈ ਗੋਪਾਲੇ ਦੀ ਸਾਖੀ ਸੁਣੀ ਸੀ, ਜਪਜੀ ਸਾਹਿਬ ਸ਼ੁੱਧ ਸ਼ਰਵਣ ਕੀਤਾ ਅਤੇ ਮਹਾਤਮ ਦੱਸਣ ਦੀ ਲੋੜ ਨਹੀਂ ਪਈ। ਗੁਰਾਂ ਨੇ ਬਹੁਤ ਦਾਤਾਂ ਦਿੱਤੀਆਂ ਭਾਈ ਗੋਪਾਲਾ ਨੂੰ, ਬ੍ਰਹਮ ਗਿਆਨ ਦਿੱਤਾ, 21 ਕੋਲਾਂ ਤਰਨਗੀਆਂ ਇਤਿਆਦਿਕ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਹਨ। ਇਸੇ ਤਰ੍ਹਾਂ ਹੀ ਜਪ ਮਹਾਤਮ ਬਹੁਤ ਚਿਰ ਪਹਿਲਾਂ 1962 ਦੇ ਵਿੱਚ 1 ਫਰਵਰੀ ਨੂੰ ਖਾਲਸਾ ਸਮਾਚਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਰਿਲੀਜ਼ ਹੁੰਦਾ ਹੈ, ਉਹਦੇ ਵਿੱਚ ਛਪਿਆ ਸੀ। ਇਹ ਜਪ ਕਰਤੇ ਪੁਰਖ ਕਾ, ਸਚ ਨਾਨਕ ਕੀਆ ਬਖਾਣ। ਜਗਤ ਉਦਾਰਨ ਕਾਰਨੇ, ਧੁਰੋਂ ਹੋਆ ਫੁਰਮਾਨ। ਅੰਮ੍ਰਿਤ ਵੇਲਾ ਸਚ ਨਾਮ ਜਪ, ਪੜ੍ਹਿਆ ਕਰ ਇਸ਼ਨਾਨ। ਹੇਤ ਚਿੱਤ ਕਰ ਜੋ ਜਪ ਪੜ੍ਹੇ, ਦਰਗਹਿ ਪਾਵੈ ਮਾਨ। ਜੰਮਣ ਮਰਨਾ ਕੱਟਿਐ, ਜਪ ਸੰਗ ਲਾਵੈ ਧਿਆਨ। ਜਿਉਂ ਜਿਉਂ ਜਪ ਕੋ ਪੜ੍ਹੇ, ਅਵਸਰ ਜਿਤੇ ਨਿਦਾਨ। ਜੋ ਮਨਸਾ ਮਨ ਮਹਿ ਧਰੇ, ਸੋ ਪੂਰਨ ਕਰੈ ਭਗਵਾਨ।
ਅਹਨਿਸ ਜਪ ਜਪਦਾ ਰਹੇ ਦਾਸ ਨਾਨਕ ਦੀਜੈ ਦਾਨ। ਭਗ ਟਿੱਕਾ ਭਗ ਦੀ ਮਾਣ ਸਰਬ ਕਲਿਆਣ ਪੈਜ ਰੱਖੇ ਗੁਰੂ ਨਾਨਕ ਸ਼ਾਹ ਮਿਹਰਬਾਨ। ਸੋ ਇਸੇ ਪ੍ਰਕਾਰ ਗਰਭ ਗੰਜਨੀ ਸਟੀਕ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦਾ ਟੀਕਾ ਹੈ ਜਪਜੀ ਸਾਹਿਬ ਦਾ। ਗਰਭ ਗੰਜਨੀ ਇਹਦਾ ਨਾਮ ਹੈ। ਗਰਭ ਨਾਮ ਹੰਕਾਰ ਤੋਂ ਭਾਵ ਗੰਜਨੀ ਕੱਟਣਾ। ਇਹ ਟੀਕਾ ਵੱਡੇ ਵੱਡੇ ਵਿਦਵਾਨਾਂ ਦਾ ਹੰਕਾਰ ਤੋੜਦਾ, ਬਹੁਤ ਡੂੰਘਾਈ ਦਾ ਟੀਕਾ ਹੈ। ਸੋ ਇਸ ਤਰ੍ਹਾਂ ਲਿਖਦੇ ਹਨ ਕਵੀ ਜੀ, ਸਿੱਖ ਗੁਰੂ ਕੋ ਹੋਏ ਗਇਓ ਜਪ ਜੀ ਕੰਠ ਨਾ ਕੀਨ। ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਕਹਿੰਦੇ ਗੁਰੂ ਦਾ ਸਿੱਖ ਦਾ ਹੋ ਗਿਆ ਪਰ ਜਪਜੀ ਸਾਹਿਬ ਕੰਠ ਨਹੀਂ ਕੀਤਾ। ਤੰਦਲ ਹੁੰਦੇ ਨੇ ਚੌਲ, ਜਿਵੇਂ ਚੌਲਾਂ ਤੋਂ ਬਿਨਾਂ ਚੌਲਾਂ ਦੇ ਉੱਪਰਲਾ ਛਿਲਕਾ ਫੱਕ ਜੀ ਹੁੰਦੀ ਹੈ, ਉਹ ਸਿੱਖ ਫੋਕਟ ਫੱਕ ਵਰਗਾ ਜਿਹੜਾ ਜਪਜੀ ਸਾਹਿਬ ਕੰਠ ਨਹੀਂ ਕਰ ਸਕਿਆ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ 10ਵੇਂ ਪਾਤਸ਼ਾਹ ਵੇਲੇ ਉਹ ਲਿਖਦੇ ਨੇ, ਬਿਨ ਜਪ ਜਾਪ ਜਪੇ ਬਿਨਾ ਜੋ ਜੇ ਮੈਂ ਪ੍ਰਸਾਦ ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ। ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹੇ ਤੋਂ ਬਿਨਾ ਜੋ ਰੋਟੀ ਆਦਿ ਖਾਂਦਾ ਹੈ, ਉਹ ਗੰਦਗੀ ਦਾ ਕਿਰਮ ਹੋ ਕੇ ਆਪਣਾ ਜਨਮ ਬੇਅਰਥ ਗਵਾ ਰਿਹਾ। ਇਹਦੇ ਤੋਂ ਬਿਨਾ ਸਵੇਰੇ ਜਪਜੀ ਸਾਹਿਬ ਦੇ ਪਾਠ ਕੀਤੇ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਣਾ। ਘੱਟੋ ਘੱਟ ਜਪਜੀ ਸਾਹਿਬ ਜਾਪ ਸਾਹਿਬ ਪਾਠ ਹੋਣਾ ਹੀ ਜ਼ਰੂਰੀ ਹੈ, ਨਹੀਂ ਤਾਂ ਗੁਰਸਿੱਖ 5 ਬਾਣੀਆਂ ਪੜ੍ਹ ਕੇ ਹੀ ਪ੍ਰਸ਼ਾਦਾ ਛਕਦੇ ਨੇ। ਸੋ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਲਾਹੌਰ 'ਚ ਰਾਵੀ ਦੇ ਕਿਨਾਰੇ ਅੰਤਿਮ ਸਮੇਂ ਇਸ਼ਨਾਨ ਕੀਤਾ, ਉਸ ਵਾਲੇ ਉਹਨਾਂ ਨੇ ਵੀ ਇੱਕ ਆਸਣ ਤੇ ਟੇਕ ਕੇ ਰੋਜ਼ ਦੇ ਨਿਯਮ ਅਨੁਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਫਿਰ 5 ਸਿੱਖਾਂ ਤੋਂ 5 ਜਪਜੀ ਸਾਹਿਬ ਦੇ ਪਾਠ ਸੁਣੇ। ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਇਹ 5 ਸਿੱਖ ਉਸ ਵਕਤ ਨਾਲ ਸਨ। ਇਸ ਤਰ੍ਹਾਂ ਵੀ ਜਪਜੀ ਸਾਹਿਬ ਦੇ ਮਹਾਤਮ ਦਾ ਆਪਾਂ ਨੂੰ ਪਤਾ ਲੱਗਦਾ ਹੈ। ਸੋ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਪਜੀ ਸਾਹਿਬ ਦਾ ਮਹਾਤਮ ਜਦੋਂ ਸੁਣਾਇਆ ਕਿ ਕਿਤਨੀ ਮਹਾਨ ਬਾਣੀ ਹੈ, ਕਿਉਂਕਿ ਜਗਿਆਸੂ ਦੇ ਮਨ ਦੇ ਅੰਦਰ ਤਮੰਨਾ ਪੈਦਾ ਹੁੰਦੀ ਹੈ ਕਿ ਇਸ ਦਾ ਮਹਾਰਾਜ ਲਾਭ ਕੀ ਹੋਵੇਗਾ, ਪੜ੍ਹਨ ਦਾ ਕੀ ਫਲ ਹੋਵੇਗਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਬੈਠ ਕਹੇ ਅੰਗਦ ਸੰਗ ਬਚਨਾ ਪਰ ਉਪਕਾਰ ਜਿਨ੍ਹੈ ਮਨ ਰਚਨਾ। ਬੈਠ ਕੇ ਗੁਰੂ ਅੰਗਦ ਦੇਵ ਮਹਾਰਾਜ ਨਾਲ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਦਾ ਮਨ ਪਰ ਉਪਕਾਰ ਵਿੱਚ ਹੀ ਰਚਿਆ ਹੋਇਆ ਸੀ। ਅਬ ਤੁਮ ਜਗਤ ਉਦਾਹਰਨ ਕਾਰਨ ਮੂਲ ਮੰਤਰ ਸ਼ੁਭ ਕਰੋ ਸੁਦਾ ਮਨ। ਕਹਿਣ ਲੱਗੇ ਹੁਣ ਜਗਤ ਦੇ ਉਦਾਹਰਨ ਕਰਨੇ ਕਰਕੇ ਮੂਲ ਮੰਤਰ ਸ਼ੁਭ ਕਰੋ ਸੁਦਾ ਮਨ। ਮਨ ਦੇ ਵਿੱਚ ਮੂਲ ਮੰਤਰ ਨੂੰ ਵਸਾਉਣਾ ਕਰੋ। ਮਮ ਬਾਣੀ ਗੁਣ ਖਾਨੀ ਦੇਖਾ ਲੀਜੈ ਬੀਨੈ ਬੀਨ ਵਸੇਖਾ। ਮੇਰੀ ਬਾਣੀ ਵਿੱਚ ਜਿਹੜੇ ਚੰਗੇ ਚੰਗੇ ਤੁਹਾਨੂੰ ਗੁਣ ਨਜ਼ਰ ਆਉਣ, ਜਿੱਥੇ ਉੱਥੋਂ ਬੀਨ ਕੇ ਚੁਣ ਚੁਣ ਕੇ ਚੰਗੇ ਚੰਗੇ ਉਪਦੇਸ਼ ਨੂੰ ਹਿਰਦੇ 'ਚ ਵਸਾਓ। ਹਮੈ ਸੁਨਾਵਤ ਜਾਓ ਉਚਾਰਾ ਬੰਦ ਮਰਿਆਦ ਕਰੋ ਉਪਕਾਰਾ। ਕਹਿੰਦੇ ਸਾਨੂੰ ਸੁਣਾਉਂਦੇ ਜਾਓ ਉਚਾਰ ਕੇ, ਤੇ ਮਰਿਆਦਾ ਆਪਾਂ ਬੰਨ੍ਹਣੀ ਹੈ। ਜਪਜੀ ਸਾਹਿਬ ਦੀ ਤਰਤੀਬ ਗੁਰੂ ਨਾਨਕ ਦੇਵ ਜੀ ਨੇ ਫਿਰ ਪੌੜੀਆਂ ਦੀ ਤਰਤੀਬ ਲਵਾਈ ਜਦੋਂ, ਉਦੋਂ ਦਾ ਬਚਨ ਹੈ ਕਿ ਹਮ ਤੇ ਜੋ ਜਨਮੈ ਪਛਾਤਾ ਤਿਨ ਸਭ ਕੋ ਗਤ ਹੋਵੈ ਦਾਤਾ। ਜਿਉਂ ਜਹਾਜ਼ ਚੜ੍ਹ ਸਾਗਰ ਤਰਹੀਂ ਤਿਉਂ ਤਹਿ ਪੜ੍ਹ ਸੰਸਾਰ ਉਧਰਹੀਂ। ਜਿਹੜੇ ਸਾਤੋਂ ਬਾਅਦ ਹੋਣਗੇ
ਜਦੋਂ ਤੱਕ ਗੁਰਸਿੱਖੀ ਸੰਸਾਰ ਅੰਦਰ ਰਹੇਗੀ, ਜਪਜੀ ਸਾਹਿਬ ਦਾ ਪਾਠ ਜਹਾਜ਼ ਵਰਗਾ ਕੰਮ ਕਰਦਾ। ਜਿਵੇਂ ਬੰਦਾ ਆਰਾਮ ਨਾਲ ਜਹਾਜ਼ 'ਚ ਬਹਿ ਜਾਂਦਾ ਅਤੇ ਪਾਰ ਹੋ ਜਾਂਦਾ, ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦਾ ਪਾਠ ਜਹਾਜ਼ ਦੇ ਵੱਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੁਣ ਸ੍ਰੀ ਅੰਗਦ ਬੰਧਨ ਠਾਨੀ, ਬੀਨ ਬੀਨ ਨੀਕੇ ਗੁਰਬਾਣੀ। ਮਹਾਰਾਜ ਨੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਨੇ, ਔਰ ਚੁਣ ਚੁਣ ਕੇ ਚੰਗੀ ਤਰ੍ਹਾਂ ਗੁਰਬਾਣੀ ਆਨ ਸੁਣਾਵਨ ਕੀਨ ਸੁਹਾਨੀ। ਸੋਹਣੀ ਬਾਣੀ ਲਿਆ ਕੇ, ਕਿਉਂਕਿ ਬਾਣੀ ਇਕੱਤਰ ਕਰ ਰਹੇ ਸੀ ਹਲੇ ਪੋਥੀਆਂ ਵਿੱਚੋਂ। ਤਬ ਜਪ ਨਾਮ ਧਰਿਓ ਗੁਰਖਾਨੀ। ਜਦੋਂ ਸਾਰੀਆਂ ਪੌੜੀਆਂ ਇਕੱਤਰ ਕੀਤੀਆਂ ਇੱਕ ਥਾਂ ਦੇ ਉੱਤੇ, ਗੁਰਾਂ ਨੇ ਇਹਦਾ ਨਾਮ ਰੱਖਿਆ ਜਪ। ਜਾਪ ਸਾਹਿਬ, ਗੁਰਾਂ ਨੇ ਉੱਧਰ ਨਾਮ ਰੱਖਿਆ ਜਾਪ। ਇਹ ਵੀ ਗੁਰੂ ਨਾਨਕ ਦੇਵ ਜੀ ਨੇ, 10ਵੇਂ ਗੁਰੂ ਨਾਨਕ, ਪਹਿਲੇ ਗੁਰੂ ਨਾਨਕ, ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਜਦੋਂ ਜਪਜੀ ਸਾਹਿਬ ਦੀਆਂ ਪੌੜੀਆਂ ਤਰਤੀਬ ਦੇ ਵਿੱਚ ਲਾਈਆਂ, ਉਸ ਵਕਤ ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹਵੈ ਸਿੱਖੀ ਅਭਿਲਾਖੀ। ਸ਼੍ਰੋਮਣੀ ਮੁਖ ਵਿੱਚੋਂ ਮਹਿਮਾ ਕਹੀ ਗੁਰੂ ਨਾਨਕ ਦੇਵ ਜੀ ਨੇ ਕਿ ਜਿਹੜਾ ਬੰਦਾ ਸਿੱਖੀ ਪਾਉਣ ਦਾ ਇੱਛਾਵਾਨ ਹੈ, ਨਿਸਮਹਿ ਉਠੇ ਸੇ ਕਰਹਿ ਇਸ਼ਨਾਨਾ। ਕਹਿੰਦੇ ਫਿਰ ਸਵੇਰੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਸਾਵਧਾਨ ਹੋ ਕੇ, ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰੇ, ਸਾਵਧਾਨ ਇਕਾਗਰ ਚੀਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰਦਾ ਜਾਵੇਗਾ। ਜਿਉਂ-ਜਿਉਂ ਤਿਉਂ-ਤਿਉਂ ਸਿੱਖੀ ਉਹਦੇ ਕੋਲ ਆਵੇਗੀ। ਔਰ ਇਹ ਬਚਨ ਕੀਤਾ ਕਿ ਅਰਥ ਵਿਚਾਰ ਕਰਹਿ ਔਰ ਮਾਹੀ, ਮੁਕਤ ਹੋਏ ਸੋ ਸੰਸੈ ਨਾਹੀ। ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਵੇ ਤੇ ਅੰਦਰੇ ਅੰਦਰ ਉਹਦੇ ਵਿਚਾਰ ਕਰੇ ਅਰਥਾਂ ਦੀ, ਕਿ ਇਹਦਾ ਭਾਵ ਅਰਥ ਇਹ ਹੈ, ਇਹਦਾ ਭਾਵ ਅਰਥ ਇਹ ਹੈ, ਮਨ ਦੇ ਅੰਦਰ ਇੱਕ ਲੜੀ ਬਣ ਜਾਂਦੀ ਹੈ। ਸੁੱਚਮ ਰੱਖਣ ਨਾਲ ਸੁੱਚਮ ਨਹੀਂ ਰਹਿੰਦੀ, ਭਾਵੇਂ ਲੱਖਾਂ ਵਾਰ ਸੋਚੀ ਜਾਓ ਸੋਚ ਨਹੀਂ ਹੁੰਦੀ। ਸੁੱਚਮ ਨਹੀਂ ਰਹਿੰਦੀ, ਲੱਖਾਂ ਵਾਰੀ ਰੱਖਣ ਨਾਲ, ਚੁੱਪ ਰਹਿਣ ਨਾਲ ਮਨ ਚੁੱਪ ਨਹੀਂ ਹੁੰਦਾ। ਭਾਵੇਂ ਜਿੰਨੀਆਂ ਮਰਜ਼ੀ ਸਮਾਧੀਆਂ ਲਾਓ, ਨਾਲ ਨਾਲ ਅਰਥ ਹੋ ਹੀ ਜਾਂਦੇ ਆ। ਥੋੜੇ ਜਿਹੀ ਅਰਥ ਵਿੱਚੋਂ ਕਿਤੇ ਜੇ ਔਖੇ ਲੱਗਦੇ, ਪੋਥੀ ਲੈ ਕੇ ਪੜ੍ਹੇ, ਅਥਵਾ ਹੁਣ ਭਰੀਆਂ ਹੋਈਆਂ ਕਥਾਵਾਂ ਜਪਜੀ ਸਾਹਿਬ ਦੀਆਂ, ਉਹਨਾਂ ਨੂੰ ਸਰਵਣ ਕਰੇ, ਅਰਥਾਂ ਦਾ ਗਿਆਨ ਪੂਰਨ ਹੋਵੇ। ਸਤਿਗੁਰੂ ਕਹਿੰਦੇ ਮੁਕਤ ਹੋਏਗਾ। ਸੰਸ਼ੇ ਵਾਲੀ ਗੱਲ ਨਹੀਂ, ਬਿਲਕੁਲ ਸਹੀ ਹੈ। ਬੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜ਼ਿਕਰ ਅਕਸਰ ਦਾਸ ਕਰਦਾ, ਇੱਕ ਅੰਮ੍ਰਿਤਧਾਰੀ ਪੂਰਨ ਗੁਰਸਿੱਖ, ਪੂਰਨ ਬ੍ਰਹਮ ਗਿਆਨੀ, ਰਹਿਤਵਾਨ ਗੁਰਸਿੱਖ। ਰਹਿਤਵਾਨ ਅੰਮ੍ਰਿਤਧਾਰੀ ਬ੍ਰਹਮ ਗਿਆਨੀ ਦਾ ਮਿਲਣਾ ਬਹੁਤ ਔਖਾ। ਗੁਰੂ ਕਾ ਲਾਲ 4 ਜਨਵਰੀ ਨੂੰ ਜਿਨ੍ਹਾਂ ਦੀ ਬਰਸੀ ਸੰਗਤ ਮਨਾ ਰਹੀ ਸੰਸਾਰ ਭਰ 'ਚ, ਕਹਿੰਦੇ ਮੇਰੇ ਕੋਲ ਇੱਕ ਰੂਹ ਅੰਮ੍ਰਿਤ ਵੇਲੇ ਖੜ ਗਈ ਆ ਕੇ ਦੂਰ। ਤੂੰ ਕੌਣ ਹੈ ਭਾਈ? ਕਹਿੰਦੇ ਮਹਾਰਾਜ ਮੇਰੀ ਕਲਿਆਣ ਨਹੀਂ ਹੋਈ, ਕੋਈ ਗਲਤੀ ਹੋ ਗਈ ਸੀ ਮੈਥੋਂ, ਤੁਸੀਂ ਕਿਰਪਾ ਕਰੋ, ਮੈਂ ਭਟਕਦਾ ਫਿਰਦਾ ਥਾਂ ਥਾਂ। ਬਾਬਾ ਜੀ ਕਹਿੰਦੇ ਮੈਨੂੰ ਤਰਸ ਆਇਆ ਉਹਦੇ ਤੇ। ਕਹਿੰਦੇ ਮੈਂ ਉਸ ਵਕਤ ਜਲ ਦੀ ਗੜਬੀ ਲੈ ਕੇ ਅੱਗੇ ਰੱਖੀ ਅਤੇ ਜਪਜੀ ਸਾਹਿਬ ਦਾ ਪਾਠ ਉਹਨੂੰ ਸੁਣਾਇਆ ਇੱਕ। ਕਹਿੰਦੇ ਜਿਉਂ ਹੀ ਮੈਂ ਛਿੱਟਾ ਮਾਰਿਆ, ਉਸੇ ਵਕਤ ਪ੍ਰਕਾਸ਼ ਹੋ ਗਿਆ ਇੰਨਾ, ਉਹ ਰੂਹ ਸਿੱਧੇ ਸੱਚਖੰਡ ਨੂੰ ਚਲੀ ਗਈ। ਸੋ ਇਸ ਕਰਕੇ ਸੁਰਤੀ ਪਿੱਛੇ ਰਹਿ ਜਾਣ ਕਾਰਨ ਪਿੱਛੇ ਮੁੜ ਆਇਆ ਸੀ। ਹੋਰ ਕਹਿੰਦੇ ਕੋਈ ਗਲਤੀ ਨਹੀਂ ਸੀ ਉਹਦੀ। ਤੋ ਕਹਿੰਦੇ ਮੈਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਕਲਿਆਣ ਹੁੰਦਾ ਜਪਜੀ ਸਾਹਿਬ ਦਾ ਪਾਠ ਕਰਨ ਤੇ। ਬੜੀਆਂ ਚੀਜ਼ਾਂ ਨੇ ਜੀ ਸੁਣਾਈਏ। ਅੱਗਿਓਂ 10 ਕੁ ਬੰਦੇ ਉਹੋ ਜਿਹੇ ਜਿਗਿਆਸੂ ਜਿਹੜੇ ਧਾਰਨ ਕਰਨ ਵਾਲੇ 90 ਉਲਟੀਆਂ ਕਰਨ ਲੱਗ ਜਾਂਦੇ ਨੇ। ਇਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ, ਬਹੁਤ ਕੁਛ ਹੈ। ਕਿਉਂਕਿ ਨਿਆਣੇ ਨੂੰ ਤਾਂ ਆਪਾਂ ਉਨੀ ਖੁਰਾਕ ਹੀ ਦੇ ਸਕਦੇ ਹਾਂ ਨਾ ਜਿੰਨੀ ਕੋਈ ਪਚਾ ਲਵੇ।
ਜਿਹੜੇ ਨਿਆਣੇ ਨੇ ਦੁੱਧ ਸਾਰਾ 100 ਗ੍ਰਾਮ ਪੀਣਾ, ਕਿਲੋ 2 ਕਿਲੋ ਕਿੱਥੋਂ ਪੀ ਸਕਦਾ। ਇਹ ਤਾਂ ਕਿਸੇ ਇਕੱਲੇ ਨਾਲ ਹੀ ਬਚਨ ਹੁੰਦਾ ਜਦੋਂ। ਸੋ ਇੰਨਾ ਕੁ ਮੈਨੂੰ ਯਾਦ ਹੈ, ਇੱਕ ਵਾਰੀ ਇੱਕ ਸਿੰਘ ਚੰਡੀ ਦੀ ਵਾਰ ਦਾ ਪਾਠ ਕਰਦਾ, ਉਹ ਤਾਂ ਬਹੁਤਾ ਜ਼ਿਆਦਾ ਅਭਿਆਸੀ ਹੈ, ਕਾਫੀ ਪਾਠ, ਪਰ ਉਹ ਤੁਸੀਂ ਨਹੀਂ ਦੇਖਾ ਦੇਖੀ ਨਹੀਂ, ਸੁਣ ਕੇ ਨਹੀਂ ਕਰਨੇ ਹੈ, ਉਹਨਾਂ ਦੀ ਮਰਿਆਦਾ ਬਹੁਤ ਹੁੰਦੀ ਹੈ। ਉਹ ਤੇ ਨਿਹੰਗ ਸਿੰਘ ਹੈ। ਕਹਿਣ ਲੱਗਿਆ ਮੇਰੀ ਭਰਜਾਈ ਨੂੰ ਮਰਿਆ ਬਹੁਤ ਸਾਲ ਹੋ ਗਏ ਸੀ, ਅਚਾਨਕ ਇੱਕ ਦਿਨ ਸਾਹਮਣੇ ਆ ਗਈ ਚੰਡੀ ਦੀ ਵਾਰ ਕਰਦਿਆਂ। ਕਹਿੰਦੇ ਬਸ ਸਾਹਮਣੇ ਆਉਣ ਦੀ ਦੇਰ ਸੀ, ਉਸੇ ਵਕਤ ਹੀ ਪ੍ਰਕਾਸ਼ ਹੋ ਗਿਆ, ਉੱਥੇ ਮੁਕਤ ਹੋ ਗਈ। ਫੇਰ ਨਾ ਜੂਨੀ ਆਇਆ ਜਿਹਨੇ ਗਾਇਆ। ਆਪਣੇ ਆਮ ਲੋਕ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ, ਇਸ ਕਰਕੇ ਪਟਾਰੀ ਬੰਦ ਹੀ ਠੀਕ ਰਹਿੰਦੀ ਹੈ। ਇੰਨੀ ਕੀ ਗੱਲ ਨਾਲ ਹੀ ਕਈਆਂ ਨੂੰ ਤਕਲੀਫ ਹੋ ਜਾਣੀ ਹੈ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਪਤ ਰੂਪ ਵਿੱਚ ਮਹਾਰਾਜ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਪਜੀ ਸੇਵਨ ਪ੍ਰੀਤ ਸੋ ਜਾਹੀ ਮਮ ਸਮੀਪ ਪ੍ਰਾਪਤ ਹੋਏ ਤਾਹੀ। ਜਪਜੀ ਸਾਹਿਬ ਦਾ ਪਾਠ ਜਿਹੜਾ ਬੰਦਾ ਪਿਆਰ ਨਾਲ ਕਰਦਾ ਹੈ, ਜਪਜੀ ਸਾਹਿਬ ਕਰਦਿਆਂ ਕਰਦਿਆਂ ਉਹ ਮੇਰੇ ਕੋਲ, ਮੈਂ ਉਹਦੇ ਕੋਲ, ਅਸੀਂ ਇੱਕੋ ਹੀ ਹੋ ਜਾਂਦੇ ਹਾਂ। ਜਦੋਂ ਸਰੀਰ ਛੱਡ ਕੇ ਵੀ ਆਉਣਾ ਸੱਚਖੰਡ 'ਚ ਮੇਰੇ ਕੋਲ ਨਿਵਾਸ ਕਰੇਗਾ। ਤਰਹਿ ਕਾਮਨਾ ਪੜ੍ਹੈ ਇੱਕ ਮਨ ਹੋਏ ਸੰਪੂਰਨ ਤੇ ਕੀ ਤਛਿਨ। ਇਹ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਪ੍ਰੀਤੀ ਨਾਲ ਕਰੇ ਨਾ, ਕੋਈ ਵੀ ਇੱਛਾ ਰੱਖ ਕੇ ਕਰੇ, ਸਤਿਗੁਰੂ ਕਹਿੰਦੇ ਉਹਦੀ ਇੱਛਾ ਸੰਪੂਰਨ ਹੋ ਜਾਂਦੀ ਹੈ। ਜੰਤਰ ਮੰਤਰ ਪੁਨ ਤੰਤਰ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਤੇ ਸਮੀਪ ਨ ਆਵੈ ਕੋਈ, ਪਠਨ ਪ੍ਰੀਤ ਨਿਤ ਨਰ ਜੇ ਹੋਈ। ਜਿਹੜਾ ਬੰਦਾ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਬਹੁਤ ਜ਼ਿਆਦੇ, ਆ ਜਿਹੜੇ ਆਮ ਤੌਰ ਤੇ ਲੋਕ ਕਹਿੰਦੇ ਮੇਰੇ ਤੇ ਆਹ ਅਸਰ ਹੋ ਗਿਆ, ਜੰਤਰ ਮੰਤਰ ਤੰਤਰ ਭੂਤ ਪ੍ਰੇਤ ਫਲਾਨਾ ਢਿਮਕਾ, ਇਹ ਗੱਲਾਂ ਸਾਰੀਆਂ ਪਰੇ ਹੋ ਜਾਂਦੀਆਂ। ਇਹ ਚੀਜ਼ਾਂ ਵਰਤੀਆਂ ਹੋਈਆਂ ਮੈਂ ਜਪਜੀ ਸਾਹਿਬ ਦੀ ਕਥਾ 'ਚ ਸੁਣਾਇਆ ਵੀ ਹੋਇਆ ਵੀ ਉਹ ਜਿਹੜਾ ਸਿੰਘ ਸੀ ਜਿਹਨੇ ਰਾਤ ਭਰ ਬੈਠ ਕੇ ਫਿਰ ਅਭਿਆਸ ਕੀਤਾ ਸੀ, ਉਹਦੇ ਨੇੜੇ ਕਾਫੀ ਸਾਖੀ ਸੁਣਾਈ ਹੋਈ ਆ। ਉਦੋਂ ਤਾਂ ਮੈਂ ਨਾਂ ਨਹੀਂ ਲਿਆ, ਮਹਾਂਪੁਰਖ ਕਹਿੰਦੇ ਮੇਰਾ ਨਾਂ ਨਾ ਲਈ। ਸੋ ਇਸ ਕਰਕੇ ਜਾਣ ਲਓ ਵੀ ਇਹ ਸੰਤਾਂ ਦੀ ਹੋਈ ਗੱਲ ਹੈ। ਇਸ ਕਰਕੇ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਔਰ ਸ਼ਕਤੀ ਰੱਬ ਹੀ ਜਾਣਦਾ। ਬਸ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਮਹਾਰਾਜ ਆਪ ਜੀ ਹੁਣ ਸੰਸਾਰ 'ਚੋਂ ਅਲੋਪ ਹੋ ਗਏ, ਫਿਰ ਤੁਹਾਡਾ ਦਰਸ਼ਨ ਕਿਵੇਂ ਹੋਵੇਗਾ। ਮਹਾਰਾਜ ਕਹਿਣ ਲੱਗੇ ਜਪਜੀ ਸਾਹਿਬ ਹੀ ਮੇਰਾ ਦਰਸ਼ਨ ਹੈ। ਜਿਉਂ-ਜਿਉਂ ਜਪਜੀ ਸਾਹਿਬ ਪੜ੍ਹੋਗੇ ਤਿਉਂ-ਤਿਉਂ ਇਹ ਮੇਰਾ ਸਰੂਪ ਹੀ ਹੈ ਸਾਰਾ। ਇਸ ਕਰਕੇ ਜਪਜੀ ਸਾਹਿਬ ਗੁਰੂ ਨਾਨਕ ਸਰੂਪ, ਮੂਲ ਮੰਤਰ ਅਕਾਲ ਸਰੂਪ, ਜਿੰਨਾ ਜਿਵੇਂ ਜਿਵੇਂ ਦਰਸ਼ਨ ਕਰਨੇ ਨੇ ਉਵੇਂ ਉਵੇਂ ਕਰ ਸਕਦਾ। ਮਾਨੁਖ ਦੇਹ ਜੀਵ ਜਿਨ ਪਾਈ, ਜਪ ਵਿਹੀਨ ਹਵੈ ਬਾਦ ਗਵਾਈ। ਮਨੁੱਖਾ ਦੇਹੀ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ ਔਰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਉਹਨੇ ਸਾਹਮਣੇ ਆਪਣੀ ਜ਼ਿੰਦਗੀ ਬੇਅਰਥ ਗਵਾ ਲਈ। ਸਿੱਖਣ ਯੋਗ ਮੰਤਰ ਗੁਰ ਕੇਰਾ, ਇਤ ਉਤ ਨਿਤ ਸੁਖ ਦੇਤ ਕਨੇਰਾ। ਇਹ ਗੁਰਸਿੱਖਾਂ ਨੂੰ ਗੁਰਾਂ ਨੇ ਮਾਲਾ ਮੰਤਰ ਬਖਸ਼ਿਸ਼ ਕੀਤਾ ਹੈ। ਇੱਥੇ ਅਤੇ ਉੱਥੇ, ਲੋਕ ਅਤੇ ਪਰਲੋਕ ਦੇ ਵਿੱਚ ਬਹੁਤ ਸੁਖ ਮਿਲਦਾ ਇਹਦੇ ਨਾਲ। ਹੋਏ ਸਿੱਖ ਜਪ ਕੰਠ ਨਾ ਕੀਨੋ, ਨਾਉ ਧਰੀਕ ਬੇਖ ਧਰ ਲੀਨੋ। ਹੁਣ ਸਿੱਖ ਬਣ ਗਿਆ, ਭੇਖ ਧਾਰ ਲਿਆ ਸਿੱਖੀ ਵਾਲਾ, ਜਪਜੀ ਕੰਠ ਨਾ ਕੀਤਾ, ਫਾਇਦਾ ਕੀ। ਇਸ ਤੇ ਔਰ ਨਾ ਕੋ ਬਿਦ ਉੱਚੀ, ਜਪ ਸੇਵਨ ਇੱਕ ਮਨ ਹੋਏ ਸੂਚੀ। ਦੁਨੀਆ ਦੇ ਅੰਦਰ ਕੋਈ ਪੁੱਛੀ ਜਾਵੇ, ਕੋਈ ਤਰੀਕਾ, ਕੋਈ ਵਿਧੀ, ਕੁਛ ਵੀ ਨਹੀਂ ਇਸ ਤੋਂ ਵੱਡਾ ਹੋਰ। ਜਪਜੀ ਸਾਹਿਬ ਦੇ ਪਾਠਾਂ ਵਿੱਚ ਇੰਨੀ ਸਮਰੱਥਾ ਜ਼ੁਬਾਨ ਤੇ ਹੀ ਆ ਜਾਂਦੀ ਹੈ ਕਿ ਸੰਭਾਲਣੀ ਔਖੀ ਹੋ ਜਾਂਦੀ ਇਨਸਾਨ ਨੂੰ। ਜਿਵੇਂ ਮਹਾਂਪੁਰਖਾਂ ਦਾ ਭਰਾ, ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡ ਹੀ ਬਾਣੀ ਪੜ੍ਹਿਆ ਕਰਦੇ ਸੀ ਜਪਜੀ ਸਾਹਿਬ ਦੇ ਪਾਠ। ਕਹਿੰਦੇ ਮੇਰਾ ਭਰਾ ਮੈਨੂੰ ਕੋਈ ਗੱਲ ਕਹਿਣ ਲੱਗਿਆ ਬੁਲਾਉਂਦਾ ਤੇ ਮੈਂ ਪਾਠ ਕਰਦਾ ਵਿੱਚ ਬੋਲਿਆ ਨਾ। ਕਹਿੰਦਾ ਕਿਵੇਂ ਆਫਰਿਆ ਬਾਣੀ ਪੜ੍ਹ ਪੜ੍ਹ। ਕਹਿੰਦੇ ਮੈਂ ਤਾਂ ਕੁਛ ਵੀ ਨਾ ਬੋਲਿਆ। ਥੋੜੀ ਦੇਰ ਬਾਅਦ ਉਹਨਾਂ ਦਾ ਮੁੰਡਾ ਭੱਜਿਆ ਆ, ਕਹਿੰਦਾ ਚਾਚਾ ਜੀ ਬਾਪੂ ਜੀ ਨੂੰ ਤਾਂ
अफरेमा हो गया। कहते फिर कहते वो तो बड़ियां चीकां मार रहे, चलो देखो चल के। फिर हथ जोड़ के कहना जरनैल सिंह मैनूं माफ़ी दे दे, मैं तैनूं पुट्ठा बोलिया। महापुरख हस के कहते मैनूं नहीं बोलिया, तू बाणी नूं पुट्ठा बोलिया। कहते चल हुण देग बनाओ। फिर देग बनाई, जिहड़ा पिंड गुरुद्वारा कहते फिर उत्थे लैके गए फड़ के। उत्थे जाके अरदास की, सच्चे पातशाह इहने बाणी के विरुद्ध बोलिया, इहनूं सज़ा तुसीं देती, हुण माफ़ कर दिओ। कहते फिर उहदा फरेमा हटिया। सो इस करके महापुरखों की जबान के उत्ते तो बस जो बचन आ जाता सी सिरे ही लग जाता सी। ये सब जपजी साहब की मेहरबानी है। सारे संत महात्मा जपजी साहब के ताईं बहुत पाठ करते, ब्रह्म ज्ञान का दाता है। हाँ, सतगुरु महाराज सच्चे पातशाह फरमाने, काम धेन चिंता मन सुरतर, कर न सकै आद तिल समसर। किड्डी वड्डी हुण काम धेन नूं वड्डी मनदे लोग, गऊ है, उहदे कोल कोई इच्छा करे, चिंता मणी है, कल्प वृक्ष है। कहते ये तिन्ने विचारे की चीज़ है, जपजी साहब के बराबर तो अद्धे तिल जिन्नी भी समर्था नहीं है इन्हां दी। जप जी सेव कटै जम फासी, बहुर मिलै पदवी अविनाशी। जपजी साहब का पाठ करने नाल जपजी पढ़ के जमदूतां तो छुटकारा मिलता है, ते मुड़ के अविनाशी पदवी मिल जाती, ब्रह्म ज्ञान। बहुर मिलै पदवी अविनाशी, अब तो जाए चढ़े सिंहासन। मिल है सारंग पानी, राम कबीरा एक भय है, कोई ना सकै पछानी। अस संजोग चहत है सोई, तुम कहो तो सब प्राप्त होई। सो इस तरह का जो संजोग चाहता है, उन्होंने सारा कुछ प्राप्त होंदा। महाराज कहते तुहानू तो सब कुछ प्राप्त होवेगा ही। गुरु अंगद देव महाराज नूं कहण लगे, बार बार क्या कहों बनाई, हवै जब अंत समा दुखदाई। कहने मैं बार बार हुण की बचन कहां। गुरु नानक देव जी कहते जो बंदे का अंत का समा आउंदा, बहुत दुखी हुंदा उदों। ते जिन पछतावै मल हाथा, बंदा मरन लग्या हथ मलदा पछताउंदा भी मैं सारी जिंदगी कोई चज दा काम ना कीता। हम क्यों खोयो जन्मा काथा, क्यों मैं जन्म बेकार गवा लिया। नर तन दुर्लभ एक यह पायो, पुन सतगुर सिख बेख बनायो। दुर्लभ शरीर मसा मिलिया सी, फिर सतगुरु का भेस बना लिया मैं, भाव सिख दा जो सतगुर ने मैनूं दिता सी सिੱਖੀ दा बाणा। मैं गलती की, मैं जपजी साहब क्यों ना पढ़िया। पछताउंदा बहुत। जपजी साहब की पहली कथा दस्सिया भी होया, किसी बंदे की जान नहीं निकलती, बहुत तड़फदा सी, बड़ा औखा सी। फिर जपजी साहब का पाठ करके जल छकाया तो चलिया गया। फिर कई चीज़ां आ जांदियां। जपजी साहब के पाठ दियां अपनियां अखां नाल बहुत कुछ देखिया होया। 8वें पातशाह वेले सो जदों बहादुर शाह ने पैदा होना सी दिल्ली, उदों भी यही हाल सी। कहते बहुत ज़्यादा दुखी है, औरंगजेब की बेगम मर जाएगी, महाराज उसकी बेनती है तुसीं कृपा करो। गुरां ने वो जपजी साहब का पाठ करके जल भेज दिता। पींदियां सारी बहादुर शाह ने जन्म लिया। तीजो कलयुग को है काला, थोड़ी सेवा मैं होए दयाला। तीजी चीज ये है, कलयुग का समा है, इन्नी सेवा लोगों ने कर नहीं सकनी। थोड़ी जी सेवा विच ही महाराज दयाल हो जा करनगे कलयुग दे विच। जिवें 10वें पातशाह ने श्री आनंदपुर साहब कहा सी, असीं खालसे नूं यह गिफ्ट दिती है, खास तोहफा दिता है, जिहड़ी महाराज ने आप बाणी लिखी है, दसम दी बाणी। भी जे बहुती ना पढ़ू, जे 10 मिनट भी कोई पढ़ लिया करू ना, तो ओदी भी कल्याण हो जाएगी। ऐस समय ते जो चुक जाई, चढ़ कर मेर रसा तल पाई। यह जे समय तो जो चुक जाएगा, भुल जाएगा, गलती कर जाएगा, मनुखा जन्म पा के बाणी नहीं पढ़ेगा, वो तो मानो समेर पर्वत ते चढ़ के थले पताल च डिग पिया। जप जी कंठ निता प्रत रटै, जन्म जन्म के कलमल कटै। जपजी साहब कंठ रोज करे और कंठ करके निता प्रति रटै, पढ़ता रहे नूं।
ਹੁਣ ਆਪਾਂ ਪੜ੍ਹਦੇ ਨਹੀਂ ਨਾ, ਹਾਂ ਟਾਈਮ ਉਧਰਲੇ ਪਾਸੇ ਘੱਟ ਕੱਢਦੇ ਆ। ਨਹੀਂ ਤਾਂ ਜਪਜੀ ਸਾਹਿਬ ਦਾ ਪਾਠ ਇੱਥੇ ਨਿਊ ਜਰਸੀ ਸਿੰਘ ਰਹਿੰਦੇ ਆ ਇੱਕ, ਉਹਨਾਂ ਨੇ ਇਹ ਗੱਲ ਮੰਨ ਕੇ ਜਪਜੀ ਸਾਹਿਬ ਦੀ ਕਥਾ ਚੋਂ ਕਿ ਹੌਲੀ ਹੌਲੀ ਕੰਨਾਂ ਨਾਲ ਸੁਣ ਕੇ ਜਪਜੀ ਸਾਹਿਬ ਪੜ੍ਹਨਾ ਚਾਹੀਦਾ ਸ਼ੁਰੂ ਕਰ ਦਿੱਤਾ। ਸਾਰੀ ਰਾਤ ਉਹਨਾਂ ਨੇ ਬੈਠ ਕੇ ਪਾਠ ਕਰੀ ਜਾਣਾ, 25 ਪਾਠ ਸਾਰੀ ਰਾਤ 'ਚ ਕਰਦੇ ਨੇ। ਮਹਾਰਾਜ ਦੀ ਕਿਰਪਾ ਹੋਈ 3 ਕੁ ਮਹੀਨਿਆਂ ਬਾਅਦ ਹੀ ਬਖਸ਼ਿਸ਼ ਹੋ ਗਈ ਉਹਨਾਂ ਤੇ, 6 ਮਹੀਨਿਆਂ 'ਚ ਹੋਰ। ਅੱਜ ਬਹੁਤ ਮਹਾਰਾਜ ਦੀ ਕਿਰਪਾ ਉਹਨਾਂ ਤੇ। ਇਹ ਬਾਣੀ ਜਿੱਦਾਂ ਆਪਾਂ ਬਹਿ ਕੇ ਪਿਆਰ ਨਾਲ ਕੰਨਾਂ ਵਿੱਚ ਬਾਣੀ ਨੂੰ ਸੁਣੀ ਜਾਈਏ, ਹੌਲੀ ਹੌਲੀ ਧੀਰਜ ਨਾਲ, ਸਹਿਜ ਨਾਲ। ਇਹ ਤਾਂ ਨਹੀਂ ਕਿ ਸਾਰੇ ਬੰਦੇ ਹੀ ਬਿਜ਼ੀ ਨੇ ਇੱਥੇ, ਕਈ ਬਜ਼ੁਰਗਾਂ ਕੋਲ ਬਹੁਤ ਟਾਈਮ ਹੈ, ਕਈਆਂ ਕੋਲ ਹੈ ਉਹ ਖਾਲੀ ਬੈਠੇ ਰਹਿੰਦੇ। ਫਿਰ ਆਮ ਤੌਰ ਤੇ ਦੇਖਿਆ ਸੀ ਕੈਨੇਡਾ ਦੇ ਵਿੱਚ ਵੀ ਪਾਰਕਾਂ 'ਚ ਤਾਸ਼ ਹੀ ਖੇਡੀ ਜਾਂਦੇ, ਹੋਰ ਨਹੀਂ ਜੇ, ਹੋਰ ਕੋਈ ਕੰਮ ਨਹੀਂ ਉਹਨਾਂ ਨੂੰ। ਇਹ ਨਹੀਂ ਕਿ ਅਸੀਂ ਜਪਜੀ ਸਾਹਿਬ ਦੇ 25-25 ਪਾਠ ਕਰ ਲਈਏ, ਜ਼ਿੰਦਗੀ ਆਪਣੀ ਬਰਬਾਦ ਹੋਣੋਂ ਬਚਾ ਲਈਏ। ਕਹਿਣਗੇ ਸਾਡੇ ਤੋਂ ਬੁੜੇ ਹੋ ਗਏ, ਹੁਣ ਪੜ੍ਹਿਆ ਨਹੀਂ ਜਾਂਦਾ। ਪਹਿਲਾਂ ਕਹਿੰਦੇ ਸੀ ਜਵਾਨੀਆਂ ਖਾ ਪੀ ਲਈਏ। ਜੇ ਉਹ ਚਾਹਣ ਤਾਂ ਪਾਰਕ ਦੇ ਵਿੱਚ ਇੱਕ ਟੇਪ ਰਿਕਾਰਡ ਲੈ ਲੈਣ, ਲੈ ਕੇ, ਜਾਂ ਕੋਈ ਮਸ਼ੀਨ ਦੂਜੀ ਮਿਲ ਜਾਂਦੀ ਆ, ਉਹਦੇ 'ਚ ਜਪਜੀ ਸਾਹਿਬ ਦਾ ਪਾਠ ਚੱਲੇ, ਫੇਰ ਚੱਲੇ, ਫੇਰ ਚੱਲੇ, ਉਹ ਸਾਰੇ ਬਜ਼ੁਰਗ ਬਹਿ ਕੇ ਪਾਠ ਸੁਣਨ ਤਾਂ ਕਿਉਂ ਨਹੀਂ ਭਲਾ ਹੋਏਗਾ ਉਹਨਾਂ ਦਾ। ਪਰ ਇਹ ਵੀ ਦੇਖਿਆ ਜਾਂਦਾ ਕਿ ਜਿਹਨੇ ਤਰਨਾ ਨਹੀਂ ਉਹਨੂੰ ਤਰਨਾ ਹੀ ਨਹੀਂ, ਜਿਹਨੇ ਡੁੱਬਣਾ ਉਹਨੇ ਡੁੱਬਣਾ ਹੀ ਆ। ਪਰ ਫਿਰ ਵੀ ਕੋਸ਼ਿਸ਼ ਕਰੇ ਮੈਂ ਨਿਕਲ ਜਾਵਾਂ ਇਸ ਸੰਸਾਰ ਸਾਗਰ 'ਚੋਂ। ਸਨੈ ਸਨੈ ਮਨ ਨਿਰਮਲ ਹੋਏ, ਗਤ ਪਾਵੈ ਭਵ ਬੰਧਨ ਖੋਏ। ਹੌਲੀ ਹੌਲੀ ਬੰਦੇ ਦਾ ਮਨ ਨਿਰਮਲ ਹੋ ਜਾਂਦਾ, ਕਲਿਆਣ ਪ੍ਰਾਪਤ ਕਰ ਲੈਂਦਾ, ਸੰਸਾਰ ਸਾਗਰ ਦੇ ਬੰਧਨ ਕੱਟੇ ਜਾਂਦੇ ਨੇ। ਸ਼ਬਦ ਅਭਿਆਸ ਕੀਓ ਨਰ ਜਾਹੀ, ਰਹਿਓ ਨ ਕਰਨੋ ਕ੍ਰਿਤ ਕਿਛ ਤਾਹੀ। ਜਿਹੜੇ ਬੰਦੇ ਨੇ ਸ਼ਬਦ ਦਾ ਅਭਿਆਸ ਕਰ ਲਿਆ, ਸ਼ਬਦ ਸਾਰਾ ਹੀ ਭਾਵ ਸਾਰੀ ਗੁਰਬਾਣੀ ਸ਼ਬਦ, ਜਪਜੀ ਸਾਹਿਬ ਦਾ ਪਾਠ, ਹੋਰ ਸ਼ਬਦਾਂ ਦਾ ਅਭਿਆਸ, ਮੂਲ ਮੰਤਰ ਦਾ, ਗੁਰਮੰਤਰ ਦਾ, ਇਹ ਸਭ ਸ਼ਬਦ ਹੈ। ਉਹਨੂੰ ਹੋਰ ਕੋਈ ਕੰਮ ਕਰਨਾ ਬਾਕੀ ਨਹੀਂ। ਫਿਰ ਬਸ ਉਹਨੇ ਸਭ ਕੁਝ ਕਰ ਲਿਆ ਜਿਹਨੇ ਪਾਠ ਕਰ ਲਿਆ। ਆਪਾਂ ਕਹਿੰਦੇ ਆ ਪਾਠ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਕੰਮ ਕਰ ਲਈਏ। ਮਹਾਰਾਜ ਕਹਿੰਦੇ ਪਹਿਲਾਂ ਪਾਠ ਕਰ ਲਓ, ਕੰਮ ਫੇਰ ਹੋ ਜਾਣਾ। ਪਾਠ ਕਰਕੇ ਕੰਮ ਕਰੋ ਤਾਂ ਕੰਮ ਛਿੰਨ 'ਚ ਹੋ ਜਾਂਦਾ। ਪਾਠ ਤੋਂ ਪਹਿਲਾਂ ਕੰਮ ਕਰੋ, ਨਾ ਕੰਮ ਸਿਰੇ ਲੱਗਦਾ ਨਾ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਪਾਠ ਕਰਕੇ, ਅਰਦਾਸ ਕਰਕੇ ਆਪਣਾ ਕਾਰਜ ਕਰੀਏ ਤਾਂ ਫਿਰ ਕੰਮ ਸੁਖੱਲਾ ਹੁੰਦਾ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਜੋ ਸਾਰੀ ਸੰਗਤ ਨੂੰ ਦੱਸਿਆ ਕਿ ਮਹਾਰਾਜ ਜਪਜੀ ਸਾਹਿਬ ਦਾ ਕਿੰਨਾ ਕੁ ਸੰਗਤ ਲਈ ਮਹਾਤਮ ਹੈ, ਪੜ੍ਹਨ ਦਾ ਕੀ ਭਾਵ ਫਲ ਹੈ। ਮਹਾਰਾਜ ਕਹਿਣ ਲੱਗੇ 3 ਵਾਰ ਗੁਰ ਇਵ ਕਹੀ, ਇਹ ਜਪ ਰਤਨ ਅਮੋਲ। 10ਵੇਂ ਪਾਤਸ਼ਾਹ ਕਹਿਣ ਲੱਗੇ 3 ਵਾਰ ਗੁਰਾਂ ਨੇ ਕਿਹਾ ਇਹ ਅਮੋਲ ਰਤਨ ਹੈ, ਇਹ ਅਮੋਲ ਰਤਨ ਹੈ, ਇਹ ਅਮੋਲ ਰਤਨ ਹੈ। ਜਾਂ ਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ। ਜਪਜੀ ਸਾਹਿਬ ਤਾਂ ਮੈਨੂੰ ਮਾਨੋ ਇੱਕ ਚੋਲਾ ਮਿਲ ਗਿਆ ਖਾਣ ਨੂੰ, ਬਹੁਤ ਵਧੀਆ ਚੀਜ਼। ਜਿਵੇਂ ਹਰ ਕਾ ਨਾਮ ਮੂੰਹਾਂ ਸੰਗ ਤੋਸਾ, ਉਹੀ ਚੀਜ਼ ਹੈ ਚੋਲਾ। ਮਿਲਾ ਕੇ ਚੋਲਾ ਬਣਾਉਂਦੇ ਸੀ, ਰੋਟੀ ਆਦਿਕ ਚੂਰੀ ਜਿਵੇਂ ਬਣਾਉਂਦੇ ਆਪਾਂ, ਖੰਡ ਪਾ ਕੇ ਜਾਂ ਸ਼ੱਕਰ ਪਾ ਕੇ, ਘਿਓ ਪਾ ਕੇ ਰੋਟੀ ਨੂੰ। ਏਕ ਓੰਕਾਰ ਕਹੋ ਪੁਨ ਸਤਿਗੁਰੂ ਪ੍ਰਸਾਦ, ਸਤਨਾਮ ਕਰਤਾ ਪੁਰਖ ਜਪਹਿ ਜਾਪ ਅਹਿਲਾਦ। ਇਹ ਜਿਹੜਾ ਮਹਾਰਾਜ ਕਹਿੰਦੇ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਜਪੇ ਜਾਪ ਤਨ ਤਾਪ ਖਪ, ਆਰ ਬਲਾ ਵਧ ਜਾਏ। ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ ਸਰੀਰ ਦੇ ਤਾਪ ਆਦਿ ਵਿਆਧੀ ਉਪਾਧੀ ਨਾਸ ਹੀ ਹੋ ਜਾਂਦੇ ਤੇ ਉਮਰ ਵੱਧ ਜਾਂਦੀ ਹੈ ਉਹਦੀ। ਕਰੈ ਕਾਮਨਾ ਜਥਾ ਔਰ ਤਥਾ ਜਾਪ ਤੇ ਪਾਏ। ਜਿਹੜੀ ਮਨ ਦੀ ਇੱਛਾ ਉਹ ਜਪਜੀ ਸਾਹਿਬ ਦੇ ਪਾਠਾਂ ਨਾਲ ਪੂਰੀ ਹੁੰਦੀ, ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਕਿਉਂਕਿ ਸਿੱਖ ਦਾ ਤਾਂ ਹੋਰ ਕੋਈ ਨਹੀਂ ਨਾ, ਸਿੱਖ ਨੇ ਤਾਂ ਗੁਰੂ ਨੂੰ ਮੰਨਣਾ, ਸ਼ਬਦ ਨੂੰ ਮੰਨਣਾ। ਇਸ ਕਰਕੇ ਸ਼ਬਦ ਨਹੀਂ ਸਾਡੇ ਕੰਮ ਕਰਨੇ ਨੇ। ਸਿੱਖ ਦੇ ਸਤਿਗੁਰ ਤੁਮਰੇ ਕਾਜ ਸਵਾਰੇ।
ਤਾਂ ਮਹਾਰਾਜ ਕਹਿੰਦੇ ਨਾਰੀ ਸੁਤ ਕੇ ਕਾਰਨੇ ਅਖਰ ਜਪ ਅਰਧੈਨ, ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬਹੁਤ ਚੈਨ। ਵਿਆਹ ਸ਼ਾਦੀ ਆਦਿਕ ਕਰਾਉਣਾ ਪੁੱਤਰ ਦੇ ਵਾਸਤੇ ਜਪਜੀ ਸਾਹਿਬ ਦੇ ਪਾਠ ਕਰੇ, ਕਿਸੇ ਵੀ ਕੰਮ ਲਈ ਕਰੇ, ਕਿਉਂਕਿ ਸੰਗਤ ਮਹਾਰਾਜ ਕੋਲ ਸਾਰੇ ਤਰ੍ਹਾਂ ਦੀ ਆਉਂਦੀ। ਮਹਾਰਾਜ ਸਾਡਾ ਆਹ ਕੰਮ ਨਹੀਂ ਬਣਦਾ, ਕਿਰਪਾ ਕਰੋ, ਆਹ ਕੰਮ ਨਹੀਂ ਬਣਦਾ। ਸਤਿਗੁਰੂ ਦਾ ਇੱਕ ਤਰੀਕਾ ਸੀ ਕਿ ਜੇ ਗੁਰਬਾਣੀ ਨਾਲ ਜੁੜ ਗਿਆ, ਗੁਰਬਾਣੀ ਅੰਦਰ ਇੱਕ ਫਰਮਾਨ ਹੈ, ਆਪਣੇ ਲੋਭ ਕੋ ਕੀਨੋ ਮੀਤ, ਜਿਨ੍ਹਾਂ ਨੇ ਰੱਬ ਨੂੰ ਆਪਣੇ ਲੋਭ ਵਾਸਤੇ ਵੀ ਮਿੱਤਰ ਬਣਾ ਲਿਆ ਨਾ, ਮਹਾਰਾਜ ਕਹਿੰਦੇ ਉਹਨਾਂ ਨੂੰ ਸਾਰਾ ਕੁਝ ਹੀ ਮਿਲ ਜਾਂਦਾ, ਕਿਉਂਕਿ ਉਹ ਚੀਜ਼ ਤਾਂ ਰੱਬ ਜੀ ਨੇ ਦੇ ਹੀ ਦੇਣੀ, ਪਰ ਜੁੜ ਗਿਆ ਰੱਬ ਨਾਲ, ਇਸ ਕਰਕੇ ਉਹ ਤਰ ਗਿਆ। ਆਪ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ। ਜੇ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਸਤਿਗੁਰ ਦੇ ਨਾਲ, ਭੁਗਤ ਮੁਕਤ ਬਖਸ਼ੀ ਗੁਰੂ ਦਰਗਹਿ ਜਾਹੇ ਨਿਸੰਗ। ਭੁਗਤੀਆਂ ਮੁਕਤੀਆਂ ਸਾਰੀਆਂ ਬਖਸ਼ਿਸ਼ ਕਰਦੇ। ਜਪਜੀ ਸਾਹਿਬ ਦਾ ਕਈ ਕਹਿੰਦੇ ਇੱਕੋ ਹੀ ਪਾਠ ਕਰਨਾ ਚਾਹੀਦਾ, ਫਿਰ ਇੱਕ ਪਾਠ ਬਹੁਤ ਪਿਆਰ ਨਾਲ ਕਰੇ 2 ਘੰਟੇ 'ਚ। ਗੱਲ ਤਾਂ 2 ਘੰਟਿਆਂ ਦੀ ਹੈ, 2 ਘੰਟੇ ਕਰ ਲਓ ਆਰਾਮ ਨਾਲ। ਜਿਵੇਂ ਕੋਈ ਮਹਾਤਮਾ ਬਾਰੇ ਪਹਿਲਾਂ ਵੀ ਦੱਸਿਆ ਸੀ, ਉਹ ਜਪਜੀ ਸਾਹਿਬ ਸਵੇਰੇ ਸ਼ੁਰੂ ਕਰਦੇ 2 ਵਜੇ, ਰਾਤ ਨੂੰ ਜਾ ਕੇ ਭੋਗ ਪਾਉਂਦੇ ਇੱਕੋ ਪਾਠ ਦਾ। ਉਹਨੇ ਇੱਕ ਪੰਕਤੀ ਨੂੰ ਪੜ੍ਹੀ ਜਾਣਾ, ਫਿਰ ਹਿਰਦੇ 'ਚ ਵਸਾਉਣਾ, ਫਿਰ ਅੱਗੇ ਚੱਲਣਾ। ਤਾਂ ਤੇ ਇਹ ਕੋਈ ਹਾਸਾ ਖੇਡਾ ਤਾਂ ਹੈ ਹੀ ਨਹੀਂ ਵੀ ਉਹੀ ਬਾਣੀ ਛੇਤੀ ਨਾਲ ਫਟਾਫਟ ਮੁਕਾਇਆ, ਪਾਠ ਕੰਮ ਮੁੱਕਿਆ, ਮੈਂ ਜਪਜੀ ਸਾਹਿਬ ਪੜ੍ਹਿਆ, ਜਿਵੇਂ ਕੰਮ ਤਾਂ ਬਣਿਆ ਨਹੀਂ। ਫਿਰ ਐਂ ਵੀ ਕਹਿਣ ਲੱਗ ਜਾਂਦੇ, ਹੋਛੇ ਮਨਾਂ ਵਾਲੇ, ਕਾਲੇ ਮਨਾਂ ਵਾਲੇ, ਹੌਲੇ ਮਨਾਂ ਵਾਲੇ ਸਿੱਖ, ਐਸਾ ਕਹਿ ਦਿੰਦੇ ਨੇ। ਝੱਟ ਗੁਰੂ ਸਾਹਿਬ ਨੂੰ ਦੋਸ਼, ਬਾਣੀ ਨੂੰ ਦੋਸ਼। ਇਹ ਨਹੀਂ ਸਮਝਦੇ ਕਿ ਇਹ ਦੋਸ਼ ਮੇਰੇ ਤੇ ਕਿੰਨਾ ਭਾਰੂ ਪੈਣਾ ਮੁੜ ਕੇ ਬਾਅਦ 'ਚ। ਸਭ ਪ੍ਰਸੰਗ ਕੇ ਅੰਤ ਮਹਿ ਕਹਿ 10ਵੇਂ ਪਾਤਸ਼ਾਹੋ, ਕਰਿਓ ਨੇਮ ਨਿਤ ਜਪ ਪੜੇ ਸਭ ਬੈਲ ਲਗ ਨਿਰਬਾਹੋ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਨਿਭਾਉਣਾ ਹੈ ਜਪਜੀ ਸਾਹਿਬ ਦਾ ਪਾਠ। ਇਹਦੇ ਤੋਂ ਬਿਨਾਂ ਤਾਂ ਰੋਟੀ ਖਾਣੀ ਨਹੀਂ, ਇਹਦੇ ਤੋਂ ਬਿਨਾਂ ਤਾਂ ਜ਼ਿੰਦਗੀ ਨਹੀਂ ਸ਼ੁਰੂ ਹੁੰਦੀ ਸਿੱਖ ਦੀ। ਇੱਕ ਪਾਠ ਸਮਾਪਤ, ਦੂਜਾ ਸ਼ੁਰੂ, ਇੱਕ ਸਮਾਪਤ, ਦੂਜਾ ਸ਼ੁਰੂ, ਬਸ ਚੱਲੀ ਜਾਣਾ। ਜਿਹੜੇ ਛੋਟੇ ਛੋਟੇ ਕੰਮਕਾਰ ਦੂਜਾ ਤੀਜੇ ਤੇ ਫਿਰ ਆਪੇ ਹੀ ਹੋਈ ਜਾਂਦੇ ਨੇ। ਜਿਨ੍ਹਾਂ ਚੀਜ਼ਾਂ ਦੀ ਆਪਾਂ ਚਿੰਤਾ ਕਰਦੇ ਹਾਂ, ਮਾਇਆ ਦੀ ਚਿੰਤਾ ਕਰਦੇ ਹਾਂ, ਹੋਰ ਚਿੰਤਾ ਕਰਦੇ ਹਾਂ, ਉਹ ਸਾਰੀ ਗੱਡੀ ਆਪਣੇ ਆਪ ਹੀ ਲਾਈਨ ਤੇ ਆਉਂਦੀ ਜਾਂਦੀ, ਲੋੜ ਹੀ ਨਹੀਂ ਪੈਂਦੀ ਕੁਛ ਕਰਨ ਦੀ। ਆਤਮਦਰਸ਼ੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ। ਕਹਿੰਦੇ ਆਤਮਦਰਸ਼ੀ ਹੁੰਦਾ ਬ੍ਰਹਮ ਗਿਆਨੀ। ਆਪ ਵੀ ਸੱਚੇ ਪਾਤਸ਼ਾਹ ਨੇ ਲਿਖਿਆ ਨਾ, ਰੇ ਮਨ ਐਸੋ ਕਰ ਸੰਨਿਆਸਾ ਵਾਲੇ ਸ਼ਬਦ ਵਿੱਚ, ਆਤਮਦਰਸ਼ੀ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਸਤਿਗੁਰੂ ਉਹਦੇ ਨਾਲ ਹੀ ਰਹਿੰਦੇ ਨੇ, ਫਿਰ ਸਹਾਇਕ ਹੁੰਦੇ ਨੇ। ਸਤਿਗੁਰੂ ਵਾਕਈ ਨਾਲ ਰਹਿੰਦੇ ਨੇ, ਇਹ ਗੱਲ ਪੱਕੀ ਹੈ। ਜਦੋਂ ਆਪਾਂ ਪਾਠ ਕਰਦੇ ਹਾਂ ਨਾ, ਜਿਸ ਸਰੂਪ ਦਾ, ਉਹ ਸਰੂਪ ਆਪਣੇ ਕੋਲ ਹੀ ਹੁੰਦਾ ਉਦੋਂ। ਬਸ ਫਰਕ ਇਹਨਾਂ ਕਿ ਅੱਖਾਂ ਜਰਾ ਉਹ ਹੈ ਨਹੀਂ ਨਾ ਦੇਖਣ ਵਾਲੀਆਂ, ਨਹੀਂ ਤਾਂ ਮਹਾਰਾਜ ਤਾਂ ਨਾਲ ਹੀ ਨੇ। ਜਿਹੜੀ ਬਾਣੀ ਪੜ੍ਹੀ, ਜਪਜੀ ਸਾਹਿਬ ਪੜ੍ਹੀ ਜਾਓ, ਸਤਿਗੁਰੂ ਕੋਲ ਹੀ ਨੇ, ਕਿਤੇ ਨਹੀਂ ਗਏ। ਸਤਿਗੁਰੂ ਨੇ ਕਿਹੜਾ ਜਾਣਾ ਹੁੰਦਾ, ਸਰਬ ਵਿਆਪਕ ਨੇ ਸਤਿਗੁਰੂ। ਸਰਬ ਵਿਆਪਕ ਹੋਣ ਕਰਕੇ ਸਤਿਗੁਰੂ ਸਾਡੇ ਕੋਲ ਹੀ ਤਾਂ ਰਹਿੰਦੇ ਨੇ ਹਰ ਵਕਤ। ਮਹਿਸੂਸ ਕਰੀ ਜਾਓ ਮੇਰੇ ਨਾਲ ਨੇ, ਮੇਰੇ ਨਾਲ ਨੇ। ਇੱਕ ਦਿਨ ਦਿਖਣ ਵੀ ਲੱਗ ਜਾਂਦੇ ਨੇ ਵੀ ਹਾਂ ਮੇਰੇ ਨਾਲ ਹੀ ਨੇ। ਇੱਥੇ ਤੱਕ ਜਾਣਾ ਆਪਾਂ ਨੇ। ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਕਹਿੰਦੇ ਉਹ ਸਹਾਇਕ ਪਾਉਂਦਾ, ਹਾਂ ਬਈ ਮਹਾਰਾਜ ਨੇ ਮੇਰੀ ਮਦਦ ਕੀਤੀ ਹੈ, ਇੱਥੇ ਮੇਰੀ ਮਦਦ ਕੀਤੀ ਹੈ। ਪਤਾ ਹੀ ਨਹੀਂ ਲੱਗਦਾ ਕਿ ਸੱਚੇ ਪਾਤਸ਼ਾਹ ਨੇ ਕੰਮ ਕਿਹੜੇ ਵੇਲੇ ਕਰ ਦਿੱਤੇ ਸਾਰੇ। ਕਿਵੇਂ ਜੀ? ਜਿਉਂ ਧੰਨੇ ਕੇ ਧੇਨ ਕੋ ਠਾਕੁਰ ਚਾਰੈ ਨਿਤ। ਧੰਨੇ ਦੀਆਂ ਗਊਆਂ ਰੱਬ ਰੋਜ਼ ਚਾਰਦਾ ਸੀ। ਧੰਨਿਆ ਤੂੰ ਖਾ ਲਾ ਰੋਟੀ, ਕੋਈ ਨਹੀਂ ਮੈਂ ਗਊਆਂ ਚਾਰਦਾ ਤੇਰੀਆਂ। ਇਹ ਨਹੀਂ ਕਿ ਇੱਕ ਦਿਨ ਗਊਆਂ ਚਾਰੀਆਂ, ਸਾਰੀ ਜ਼ਿੰਦਗੀ ਗਊਆਂ ਚਾਰੀਆਂ ਉਹਦੀਆਂ। ਧੰਨਿਆ ਤੇਰੇ ਕੰਮ ਮੈਂ ਕਰਦਾ। ਕਿਉਂਕਿ ਰੱਬ ਜੀ ਤਾਂ ਜਿੰਨੇ ਮਰਜ਼ੀ ਰੂਪ ਧਾਰਨ ਕਰ ਲੈਣ, ਜਿੰਨੇ ਬੰਦੇ ਉਨੇ ਹੀ ਰੂਪ ਧਾਰ ਲੈਂਦੇ ਨੇ ਉਹ। ਇਸ ਕਰਕੇ ਸਤਿਗੁਰੂ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਜਿਵੇਂ ਧੰਨੇ ਦੇ ਕੰਮ ਸਵਾਰ ਦਿੱਤੇ, ਤੁਹਾਡੇ ਵੀ ਸਵਾਰਦਾ। ਕਰ ਪ੍ਰਤੀਤ ਨਿਤ ਜਪ ਪੜੇ, ਤਿਮ ਤਿਹ ਸਤਿਗੁਰ ਮਿਤ।
ਜਿਹੜਾ ਪ੍ਰਤੀਤੀ ਨਾਲ, ਭਰੋਸੇ ਨਾਲ, ਪਿਆਰ ਨਾਲ ਜਪਜੀ ਸਾਹਿਬ ਪੜ੍ਹਦਾ, ਜਿਵੇਂ ਸਤਿਗੁਰੂ ਸਾਡੇ ਮਿੱਤਰ ਨੇ, ਜਪਜੀ ਸਾਹਿਬ ਵੀ ਸਾਡਾ ਮਿੱਤਰ ਹੈ, ਬਾਣੀ ਸਾਡੀ ਮਿੱਤਰ ਹੈ। ਪਾਰ ਬ੍ਰਹਮ ਭਇਓ ਸਾਥੀ, ਬਾਣੀ ਸਾਡੀ ਸਹਾਇਕ ਹੈ। ਰਿਸ਼ਤੇਦਾਰ ਛੱਡ ਜਾਣਗੇ, ਛੱਡ ਜਾਣ, ਦੋਸਤ ਛੱਡ ਜਾਣਗੇ, ਦੁਨੀਆ ਸਾਰੀ ਛੱਡ ਜੂ, ਪਰ ਜਪਜੀ ਸਾਹਿਬ ਪੜ੍ਹਿਆ ਹੋਇਆ ਸਾਡਾ ਸਾਥ ਨਹੀਂ ਛੱਡਦਾ। ਸਮੁੰਦਰ ਸਿੱਟ ਦੇਵੇ ਕੋਈ, ਉੱਥੋਂ ਕੱਢ ਲਿਆਉਣਾ ਜਪਜੀ ਸਾਹਿਬ ਨੇ। ਅੱਗ 'ਚ ਸਿੱਟ ਦੇਵੇ ਭਾਈ ਵਿਧੀ ਚੰਦ, ਅੱਗ 'ਚ ਭੱਜ ਕੇ ਵੜ ਗਏ, ਗੁਰਾਂ ਨੇ ਉੱਥੋਂ ਬਚਾ ਲਿਆ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਸ਼ਹੀਦੀ ਤਾਂ ਪਾਉਣੀ ਹੈ, ਕਿਰਪਾ ਕਰੋ। ਕਹਿੰਦੇ ਜਪਜੀ ਸਾਹਿਬ ਤੂੰ ਪੜ੍ਹਦਾ ਹੀ ਆ ਰੋਜ਼, ਕਿੰਨੇ ਪਾਠ ਕਰਦਾ, ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰੀ ਜਾਈਂ, ਕੁਛ ਨਹੀਂ ਹੋਏਗਾ ਤੈਨੂੰ। ਜਪਜੀ ਸਾਹਿਬ ਦਾ ਪਾਠ ਕਰੀ ਗਏ, ਆਨੰਦ ਨਿਮਗਨ, ਆਓ ਗੁਰਾਂ ਦੀ ਕਿਰਪਾ ਰਹੀ ਉਹਨਾਂ ਦੇ ਉੱਤੇ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤਾਂ ਜਪਜੀ ਸਾਹਿਬ ਪੜ੍ਹੋ, ਫਿਰ ਮੈਂ ਨਾਲ ਹੀ ਹੁੰਨਾ। ਪੜ੍ਹੈ ਸੁਣੈ ਚਿਤ ਲਾਇ ਕੈ, ਜਾਓ ਲਿਖ ਦੇ ਸਪ੍ਰੀਤ। ਕਹਿੰਦੇ ਜਪਜੀ ਸਾਹਿਬ ਨੂੰ ਪੜ੍ਹੇ ਵੀ, ਸੁਣੇ ਵੀ ਚਿੱਤ ਲਾ ਕੇ। ਉਦੋਂ ਪ੍ਰੈਸ ਨਹੀਂ ਸੀ ਹੁੰਦੀ, ਕੋਈ ਪੋਥੀਆਂ ਗੁੜ ਕੇ ਛਪਦੇ ਹੀ ਨਹੀਂ ਸੀ ਹੁੰਦੇ। ਕਹਿੰਦੇ ਫਿਰ ਸਿੱਖ ਜਪਜੀ ਸਾਹਿਬ ਦਾ ਪਾਠ ਲਿਖ ਕੇ ਦੂਜੇ ਸਿੱਖ ਨੂੰ ਦੇਵੇ ਪ੍ਰੀਤੀ ਨਾਲ, ਉਹਦਾ ਬਹੁਤ ਫਲ ਹੁੰਦਾ ਸੀ। ਕਿਸੇ ਨੂੰ ਪੋਥੀ ਦੇਣ ਦਾ ਬਹੁਤ ਫਲ ਮੰਨਦੇ ਸੀ। ਮਨ ਚਿੰਤਿਤ ਫਲ ਪਾਈਐ, ਤਰ ਹੈ ਸੁਖ ਭੈ ਭੀਤ। ਭੈ ਭੀਤ ਜਿਹੜਾ ਸੰਸਾਰ ਸਾਗਰ ਹੈ ਤੋਂ ਤਰ ਜਾਂਦਾ ਹੈ, ਸੁਖ ਮਿਲ ਜਾਂਦੇ ਨੇ, ਮਨ ਚਿੰਤਿਤ ਫਲ ਮਿਲਦੇ ਨੇ। ਹੁਣ ਵੀ ਜਿੱਥੇ ਕਿਤੇ ਲੋੜ ਹੈ, ਮਹਾਰਾਜ ਦੇ ਸਰੂਪ ਦੀ ਲੋੜ ਹੈ, ਸੇਵਾ ਕਰੋ। ਕਿਸੇ ਗੁਰਸਿੱਖ ਨੂੰ ਪੋਥੀ ਦੀ ਲੋੜ ਆ, ਉਹਨੂੰ ਪੋਥੀ ਲਿਆ ਕੇ ਦਿਓ, ਇਹਦਾ ਵੀ ਫਲ ਮਿਲਦਾ। ਕੋਈ ਬਜ਼ੁਰਗ ਚਾਹੁੰਦਾ ਮੈਨੂੰ ਕੋਈ ਮਾਲਾ ਹੀ ਦੇ ਦਿੰਦਾ, ਮਾਲਾ ਦਿਓ। ਕੋਈ ਰਹਿਤਵਾਨ ਆ, ਕਹਿੰਦੇ ਕੰਘਾ ਮੇਰਾ ਟੁੱਟ ਗਿਆ, ਹੁਣ ਮਿਲ ਨਹੀਂ ਰਿਹਾ, ਕੰਘਾ ਦਿਓ ਉਹਨੂੰ। ਜਾਂ ਸਿੱਖ ਦੀ ਸੇਵਾ ਕਰੇ, ਰਹਿਤ ਵਿੱਚ ਸੇਵਾ ਕਰੇ। ਲਓ ਜੀ ਸਾਡੇ ਕੋਲ ਬਹੁਤ ਕੰਘੇ ਨੇ, ਤੁਸੀਂ ਆਹ ਲਓ ਜੀ। ਕਿਸੇ ਨੂੰ ਗਾਤਰੇ ਕਿਰਪਾਨ ਪੁਰਾਣੀ ਲਓ ਜੀ, ਨਵੀਂ ਪਹਿਨੋ, ਸੋਹਣੀ ਕਿਰਪਾਨ ਪਾਓ ਜੀ, ਕਛਹਿਰੇ ਲਿਆ ਕੇ ਦਿਓ। ਪਹਿਲਾਂ ਗੁਰਸਿੱਖ ਬਹੁਤ ਸੇਵਾ ਕਰਿਆ ਕਰਦੇ ਇੱਕ ਦੂਜੇ ਦੀ। ਆ ਜਥੇ ਵਿੱਚ ਜਦੋਂ ਅਸੀਂ ਰਹਿੰਦੇ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਕਿੰਨੇ ਸਾਲ ਹੀ ਬਾਹਰ ਚਲੇ ਜਾਣਾ, ਕਿੱਕਰ ਤੋਂ ਦਾਤਣਾ ਤੋੜ ਕੇ ਲਿਆ ਕੇ ਸਾਰਿਆਂ ਨੂੰ ਵੰਡਣੀਆਂ। ਲਓ ਵੀ ਸਿੰਘੂ ਸਵੇਰੇ ਦਾਤਣਾ ਕਰ ਲਿਓ, ਨਾਲੇ ਇੰਨੇ ਕੰਡੇ ਲੱਗ ਜਾਂਦੇ ਸੀ ਹੱਥਾਂ 'ਚ। ਸਿੰਘਾਂ ਦੀ ਸੇਵਾ ਬਹੁਤ ਕਰਦੇ ਹੁੰਦੇ ਸੀ, ਦਾਤਣਾ ਲਿਆ ਕੇ ਦਿੰਦੇ ਹੁੰਦੇ ਸਾਨੂੰ। ਕਛਹਿਰੇ ਧੋ ਦਿੰਦੇ ਹੁੰਦੇ ਸੀ ਚੋਰੀ ਹੋਈ, ਪਤਾ ਨਹੀਂ ਸੀ ਲੱਗਦਾ ਸਾਨੂੰ ਵੀ ਕਿਹੜੇ ਵੇਲੇ ਧੋ ਕੇ ਸੁੱਕਣੇ, ਨੀਲ ਦੇ ਕੇ ਵੀ ਪਾ ਦੇ। ਜੋੜੇ ਸਿੰਘਾਂ ਦੇ ਸਾਰੀ ਰਾਤ ਨੂੰ ਝਾੜ ਦੇਣੇ, ਸਵੇਰੇ ਸੌਂ ਜਾਣਾ। ਸਿੰਘਾਂ ਦੇ ਜੂਠੇ ਭਾਂਡੇ ਮਾਂਜ ਦੇਣੇ, ਝਾੜੂ ਦੇ ਦੇਣਾ। ਰਾਤ ਨੂੰ ਸੇਵਾ, ਦਿਨੇ ਪਾਠ, ਗੁਪਤ ਰੂਪ ਵਿੱਚ ਸਾਰਾ ਕੰਮ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਬੀ ਫਲ ਹੈ ਗੁਰਸਿੱਖ, ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਇਸ ਤਰ੍ਹਾਂ ਜਿਹੜਾ ਹੈ ਨਾ ਕਿ ਲਿਖ ਕਰਕੇ ਜਪਜੀ ਸਾਹਿਬ ਦਾ ਪਾਠ ਗੁਰਸਿੱਖ। ਬਾਬਾ ਦੀਪ ਸਿੰਘ ਜੀ ਧੰਨ ਹੈ, ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ 4 ਤਖਤਾਂ ਤੇ ਤਾਂ ਪਤਾ ਆਪਾਂ ਨੂੰ, ਬਹੁਤ ਸਰੂਪ ਬਾਬਾ ਜੀ ਨੇ ਹੱਥੀਂ ਲਿਖੇ। ਇੱਕ ਸਰੂਪ ਅਰਬੀ 'ਚ ਲਿਖਿਆ ਹੋਇਆ ਪਿਆ, ਬਾਬਾ ਜੀ ਨੇ ਅਰਬੀ 'ਚ ਸਰੂਪ ਲਿਖਿਆ। 5 ਗ੍ਰੰਥੀ ਬਾਬਾ ਦੀਪ ਸਿੰਘ ਦੀ ਹੱਥੀਂ ਲਿਖਤਾ, 10 ਗ੍ਰੰਥੀ ਬਾਬਾ ਦੀਪ ਸਿੰਘ ਦੀ ਹੱਥੀਂ ਲਿਖਤਾ। ਆ ਭਾਈ ਮਨੀ ਸਿੰਘ ਤੋਂ ਮਹਾਰਾਜ ਨੇ ਲਿਖਵਾਇਆ ਸੀ, ਸ੍ਰੀ ਹਜੂਰ ਸਾਹਿਬ ਹੀਰਾ ਘਾਟ ਗੁਰਦੁਆਰੇ, ਸਾਰਾ ਦਸਮ ਦੀ ਬਾਣੀ ਉੱਥੇ ਲਿਖਵਾਈ, ਉੱਥੇ ਹੀ ਕਥਾ ਕੀਤੀ ਸੀ ਇਹਦੀ ਆਪ। ਇਸ ਤਰ੍ਹਾਂ ਇਹ ਜਿਹੜੀਆਂ ਛੋਟੀਆਂ ਪੋਥੀਆਂ ਬਣਾਈਆਂ, ਇਹ ਸਾਰੀਆਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਨੇ ਲਿਖੀਆਂ। ਤਾਈਓ ਜਿਹੜੀ 5 ਗ੍ਰੰਥੀ 'ਚ ਰਹਿ ਰਾਸ ਹੈ, ਉਹ ਬਾਬਾ ਦੀਪ ਸਿੰਘ ਜੀ ਨੇ ਉਹਦੇ 'ਚ ਲਿਖੀ, ਜਿਹੜੀ ਉਹ ਰਹਿ ਰਾਸ ਸੀ। ਸਾਰੇ ਪੁਰਾਤਨ ਗੁਰਸਿੱਖ ਤਾਈਓ ਪੜ੍ਹਦੇ ਨੇ। ਚੰਗਾ ਹੋਊਗਾ ਜੇ ਇਹ ਰਹਿ ਰਾਸ ਦੁਬਾਰਾ ਪੜ੍ਹਨ ਲੱਗ ਜਾਣ, ਵਧੀਆ ਰਹਿਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰਸਿੱਖ, ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਜਥਾ ਸ਼ਕਤ ਜਪਜੀ ਸਾਹਿਬ ਦਾ ਪਾਠ ਜਥਾ ਸ਼ਕਤ ਹੁੰਦਾ, ਜਿੰਨੀ ਕੁ ਤਾਕਤ ਹੈ, ਜਿੰਨੀ ਹਿੰਮਤ ਹੈ। 5 ਦੀ ਹਿੰਮਤ ਹੈ 5 ਕਰੋ, 10 ਦੀ ਹਿੰਮਤ ਹੈ 10 ਕਰੋ। ਆ ਜਿਹੜੇ ਗੁਰਸਿੱਖ ਦੀ ਗੱਲ ਪਹਿਲਾਂ ਦੱਸੀ ਨਿਊ ਜਰਸੀ ਵਾਲੇ ਦੀ, ਉਹਨੇ ਸ਼ਨੀਚਰਵਾਰ ਛੁੱਟੀ ਲੈ ਕੇ 101 ਜਪਜੀ ਸਾਹਿਬ ਕਰਨਾ ਸਾਰੇ ਦਿਨ 'ਚ।
ਆਮ ਦਿਨਾਂ 'ਚੋਂ 25 ਕਰਦਾ ਸੀ। ਇਹ ਤਾਂ ਸ਼ੌਂਕ ਹੁੰਦਾ, ਜਿਹੜਾ ਚੱਲ ਪੈਂਦਾ ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਬਖਾਨ, ਨਾਨਕ ਹੋਸੀ ਪੀ ਸੱਚੇ ਪੌੜੀ ਪੜ੍ਹੋ ਪ੍ਰਮਾਨ। ਕਹਿੰਦੇ ਨੇ ਪਹਿਲਾਂ ਸਾਰੀ ਇਹ ਪੌੜੀ ਜਿਹੜੀ ਆ ਨਾ ਪ੍ਰਤੱਖ ਸਾਹਮਣੇ ਪੜ੍ਹੇ, ਹੌਲੀ ਹੌਲੀ ਧਿਆਨ ਦੇ ਨਾਲ। ਸਿਰੈ ਮੰਤਰ ਸਭ ਪੌੜੀਆਂ, ਇਹ ਪੌੜੀ ਲਖ ਸਾਰ। ਇਹ ਜਿਹੜੀ ਏਕੇ ਤੱਕ ਸਾਰੀ ਪੌੜੀ ਆ ਨਾ, ਮੂਲ ਮੰਤਰ ਦਾ ਪਾਠ, ਇਹ ਸਾਰੀਆਂ ਸ਼੍ਰੋਮਣੀ ਪੌੜੀਆਂ ਦੀ ਸ਼੍ਰੋਮਣੀ ਪੌੜੀ ਆ। ਇਹ ਮੂਲ ਮੰਤਰ ਦਾ ਪਾਠ ਜਿਹੜਾ ਪਹਿਲਾਂ ਸ਼ੁਰੂ 'ਚ ਲਿਖਿਆ ਹੋਇਆ, ਨਾਨਕ ਹੋਸੀ ਪੀ ਸੱਚੇ ਪੌੜੀ ਪੜ੍ਹੋ ਪ੍ਰਮਾਨ, ਸਿਰੈ ਮੰਤਰ ਸਭ ਪੌੜੀਆਂ, ਇਹ ਪੌੜੀ ਲਖ ਸਾਰ। ਅੰਤ ਸਮੇਂ ਚਲਬੇ ਗੁਰੂ ਕੀਨੋ ਇਹੀ ਉਚਾਰ। ਇਹ ਅੰਤਮ ਸਮੇਂ ਤੇ 10ਵੇਂ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ ਸੰਗਤ ਨੂੰ। ਸਤਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ, ਰਾਮ ਕੋਇਲ ਭਾਖੇ ਭਲੇ ਸਾਹਿਬ ਸਿੰਘ ਸੁਨ ਕਾਨ। ਇਹ ਕਥਾ ਲਿਖਵਾਈ ਸੀ ਸਾਰੀ ਬਾਬਾ ਗੁਰਬਖਸ਼ ਸਿੰਘ ਰਾਮ ਕੋਇਲ ਨੇ ਅੰਤਰਜਾਮਤਾ ਨਾਲ। ਉਹਨਾਂ ਦੇ ਲਿਖਾਰੀ ਲੱਗੇ ਸੀ ਉਸ ਵਕਤ ਭਾਈ ਸਾਹਿਬ ਸਿੰਘ। ਇਸ ਕਰਕੇ ਹੰਪੀ ਜਬ ਕਬ ਜਪਤ ਹੈ ਇਹੀ ਮੰਤਰ ਬਰਸਾਰ, ਗੁਰ ਧਰ ਕੇ ਅਵਤਾਰ ਕੋ ਕੀਨੋ ਜਗਤ ਉਧਾਰ। ਜਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਜਗ ਦਾ ਉਧਾਰ ਕੀਤਾ ਹੈ, ਤੋ ਮਹਾਰਾਜ ਨੇ ਇਹ ਜਪਜੀ ਸਾਹਿਬ ਦਾ, ਕਿਉਂਕਿ ਮੁੜ ਮੁੜ ਕੇ ਤਾਂ ਕਥਾ ਨਹੀਂ ਹੋਣੀ, ਨਾ ਹੀ ਨਹੀਂ ਸੰਗਤ ਨੇ ਧਿਆਨ ਦੇਣਾ। ਜਪਜੀ ਸਾਹਿਬ ਦਾ ਜਿਵੇਂ ਮਹਾਤਮ ਪਤਾ ਲੱਗ ਜਾਂਦਾ, ਫਿਰ ਗੁਰਸਿੱਖ ਕੰਠ ਕਰਦੇ ਨੇ, ਗੁਰਸਿੱਖ ਪੜ੍ਹਦੇ ਨੇ, ਜਪਜੀ ਸਾਹਿਬ ਤੋਂ ਲਾਭ ਲੈਂਦੇ ਨੇ। ਸ਼ਲੋਕ ਇਹ ਜਿਹੜਾ ਹੈ ਸੱਸਾ ਲੱਲੇ ਹੋੜਾ ਕੱਕਾ, ਸ਼ਲੋਕ ਵਾਲੇ 3 ਅੱਖਰਾਂ ਦੀ ਗਿਣਤੀ ਸਮੇਤ ਸ਼ਲੋਕ ਦੇ 103 ਅੱਖਰ ਨੇ ਕੁੱਲ। ਸ਼ੁਰੂ ਤੋਂ ਲੈ ਕੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਤੋਂ ਲੈ ਕੇ ਕੇਤੀ ਛੁੱਟੀ ਨਾਲ ਤੱਕ ਜਪਜੀ ਸਾਹਿਬ ਦੇ ਕੁੱਲ ਹੁਣ ਤੱਕ 4983 ਅੱਖਰ ਆਏ ਨੇ, ਭਾਵ 4983 ਅੱਖਰ। 4983 ਹੀ ਲਗਾ ਮਾਤਰ ਹੈ ਜਪਜੀ ਸਾਹਿਬ ਦੀ। ਲੋਕ ਕਹਿੰਦੇ ਜਪਜੀ ਸਾਹਿਬ ਮੈਂ ਝੱਟ ਸੁਣਾ ਦਿਆਂ, ਜਾਪ ਸਾਹਿਬ ਔਖਾ। ਜਾਪ ਸਾਹਿਬ ਸੌਖਾ, ਜਪਜੀ ਸਾਹਿਬ ਔਖਾ। ਸਾਡੀ ਬੋਲੀ 'ਚ ਨਹੀਂ ਕਹਿੰਦੇ ਮਹਿੰਗਾ, ਕਹਿੰਦੇ ਮਹਿੰਗੀ ਬਾਣੀ ਜਪਜੀ ਸਾਹਿਬ, ਕਿਉਂਕਿ ਜਪਜੀ ਸਾਹਿਬ 'ਚ ਲਗਾ ਮਾਤਰਾ ਇੰਨੀਆਂ ਨੇ। ਤੋ ਬਹੁਤ ਵਿਚਾਰ ਕੇ 6 ਮਹੀਨੇ ਲੱਗੇ ਸੀ ਮੈਨੂੰ ਜਪਜੀ ਸਾਹਿਬ ਦੀ ਸੰਥਿਆ ਕਰਦੇ ਨੂੰ। 6 ਮਹੀਨੇ ਨਹੀਂ ਸੀ ਠੀਕ ਪੜ੍ਹਦੇ, ਫਿਰ ਕਹੇ ਦੁਬਾਰਾ ਪੜ੍ਹੋ, ਦੁਬਾਰਾ ਪੜ੍ਹੋ, ਨਹੀਂ ਠੀਕ ਦੁਬਾਰਾ ਪੜ੍ਹੋ। ਸੋ ਇਸ ਕਰਕੇ ਸਾਰੇ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ 30 ਵਾਰੀ ਆਇਆ। 30 ਵਾਰ ਤਾਂ ਆਪਾਂ ਧੰਨ ਗੁਰੂ ਨਾਨਕ ਹੀ ਕਹਿ ਲੈਂਦੇ ਹਾਂ।